ਅੱਜ ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਗਈ ਪ੍ਰੋਸਤੀ ਕਮੇਟੀ ਵੱਲੋਂ ਸਰਕਟ ਹਾਊਸ ਦਾ ਦੌਰਾ ਕਰਕੇ ਉੱਥੇ ਚੱਲ ਰਹੇ ਕੰਮ ਨੂੰ ਤੁਰੰਤ ਰੋਕਣ ਦੇ ਆਦੇਸ਼ ਦਿੱਤੇ ਅਤੇ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਇਸ ਦਾ ਸਾਰਾ ਰਿਕਾਰਡ ਲੈ ਕੇ ਕਮੇਟੀ ਅੱਗੇ ਪੇਸ਼ ਹੋਣ। ਪੰਜਾਬ ਵਿਧਾਨ ਕਮੇਟੀ ਵੱਲੋਂ ਬਣਾਈ ਗਈ ਪ੍ਰੋਸਤੀ ਕਮੇਟੀ ਦੇ ਚੇਅਰਮੈਨ ਵਿਧਾਇਕ ਕਨਵਰ ਵਿਜੇ ਪ੍ਰਤਾਪ ਸਿੰਘ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਸਰਕਟ ਹਾਊਸ ਦਾ ਦੌਰਾ ਕੀਤਾ ਗਿਆ, ਜਿੱਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਚੇਅਰਮੈਨ ਕਨਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਰਕਾਰੀ ਜਾਇਦਾਦਾਂ ਤੇ ਕਬਜ਼ਾ ਕਰ ਲਿਆ ਸੀ ਅਤੇ ਸਰਕਾਰਾਂ ਵੱਲੋਂ ਭੂ ਮਾਫੀਆ ਨਾਲ ਮਿਲ ਕੇ ਲੋਕਾਂ ਦੀਆਂ ਜ਼ਮੀਨਾਂ ਤੇ ਵੀ ਕਬਜ਼ੇ ਕੀਤੇ ਗਏ ਸਨ। ਚੇਅਰਮੈਨ ਨੇ ਦੱਸਿਆ ਕਿ ਅੰਮ੍ਰਿਤਸਰ ਸਰਕਟ ਹਾਊਸ ਇੱਕ ਵਿਰਾਸਤੀ ਇਮਾਰਤ ਸੀ, ਪਰੰਤੂ ਕੁਝ ਲੀਡਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਪੀਪੀ ਮੋੜ ਤੇ ਕਰਕੇ ਇਸ ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਵਿੱਚ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਹੋਰ ਵੱਡੇ ਨੇਤਾ ਠਹਿਰਦੇ ਸਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਜੋ ਵੀ ਸਮਝੌਤਾ ਲੋਕਹਿਤ ਖਿਲਾਫ ਹੁੰਦਾ ਹੈ, ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਟ ਹਾਊਸ ਵਿੱਚ ਨਵੀਂ ਬਣੀ ਇਮਾਰਤ ਜੋ ਕਿ 1995 ਵਿੱਚ ਬਣਾਈ ਗਈ ਅਤੇ ਇਸ ਦੀ ਮਿਆਦ 50 ਸਾਲ ਦੀ ਸੀ, ਪਰੰਤੂ ਇਸ ਇਮਾਰਤ ਨੂੰ ਪਹਿਲਾਂ ਢਾਹ ਢੇਰੀ ਕਰਕੇ ਲੀਡਰਾਂ ਨੇ ਆਪਣੇ ਹੱਥਾਂ ਵਿੱਚ ਲੈ ਲਈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਤਾਂ ਹੋਈ, ਪਰ ਨਾਲ ਹੀ ਇਸ ਵਿਰਾਸਤੀ ਇਮਾਰਤ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਸ੍ਰੀ ਕਨਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਬਣਾਈ ਗਈ ਇਹ ਕਮੇਟੀ ਤਹਿ ਤੱਕ ਜਾਵੇਗੀ ਅਤੇ ਇਸ ਦੇ ਘੁਟਾਲਿਆਂ ਦੀ ਘੋਖ ਕਰਕੇ ਜਨ ਹਿੱਤ ਲਈ ਜ਼ਾਹਿਰ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਸੈਂਟਰਲ ਜੇਲ੍ਹ ਨੂੰ ਵੇਚ ਦਿੱਤਾ ਗਿਆ ਅਤੇ ਫਿਰ ਨਹਿਰੀ ਵਿਭਾਗ ਦੀ ਬਿਲਡਿੰਗ ਨੂੰ ਵੇਚਿਆ ਗਿਆ, ਜਿਸ ਤੇ ਵੀ ਇਹ ਕਮੇਟੀ ਆਪਣੀ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰੇਗੀ। ਪੱਤਰਕਾਰ ਮਨੋਜ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਪਿਛਲੀਆਂ ਸਰਕਾਰਾਂ ਦਾ ਤੁਸੀਂ ਦੇਖੋਗੇ, ਕਾਂਗਰਸ ਦੀ ਸਰਕਾਰ, ਅਕਾਲੀ ਦਲ ਦੀ ਸਰਕਾਰ, ਉਹਨਾਂ ਨੇ ਜੋ ਕੁਝ ਕੀਤਾ, ਤੁਸੀਂ ਪੂਰੇ ਪੰਜਾਬ ਦੇ ਵਿੱਚ ਦੇਖੋ ਜਾ ਕੇ, हर सरकारी प्रॉपर्टी बेच दी गई है जिथे जिथे मतलब, और खरीदया किसने है तुहानू पता होना चाहिए है, लीडरां ने खरीद लिया जी। तां ही मैं विधान सभा दे विच कहा सी कि सरकार ने सरकारी तौर पर बेच दिता ते सरकार ने प्राइवेट तौर पर खरीद लिया जी। तुसी सेंट्रल जेल गुमटाला की जमीन देख सकते हो, गुमटाला की जमीन बिक गई, जेल की जमीन किहदे कोल है, तुसी मालकी जाके देखो, ABCD सुनो तो सही, ये सारा कुछ देखो। फिर जेल ले जाके कित्थे इन्होंने बनाया जेल, उत्थे बनना नहीं चाहिए सी, जेल जिथे सीगा उत्थे रहना चाहिए सी। तुसी नाल दी जिहड़ी इरीगेशन दी दा जो बिल्डिंग है तुसी देखो, उस उत्थे भी जाके तुसी देखो, वो भी सरकार ने सरकारी तौर पर बेचा, निजी तौर पर खरीदिया। लेकिन सब तो हैरानी वाली गल असीं सुणदे सी कांग्रेस सरकार दे विच, अकाली सरकार दे विच कि लोगों ਦੀਆਂ प्रॉपर्टियां ਤੇ बहुत कब्जे ਹੁੰਦੇ ਸੀ, ਇਹ ਲੀਡਰ ਕਰਾਉਂਦੇ ਸੀ, ਲੀਡਰ ਤੇ ਮਾਫੀਆ ਮਿਲ ਕੇ ਕਰਾਉਂਦੇ ਸੀ। ਲੇਕਿਨ ਲੋਕਾਂ ਦੀਆਂ ਪ੍ਰੋਪਰਟੀਆਂ ਤੇ ਕਬਜ਼ਾ ਕਰਦੇ ਸਰਕਟ ਹਾਊਸ ਤੇ ਵੀ ਪਹੁੰਚ ਗਏ। ਜੇਕਰ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਪੋਲੀਟੀਕਲ ਮਾਫੀਆ ਦਾ, ਤਾਂ ਪ੍ਰਜਾਤੰਤਰ ਤੁਸੀਂ ਕਹੋ ਕਿ ਉਹ ਅਨਸੇਫ ਹੋ ਗਿਆ ਜੀ, ਪ੍ਰਜਾਤੰਤਰ ਰਿਹਾ ਨਹੀਂ, ਕਿਉਂਕਿ ਜੋ ਸਰਕਟ ਹਾਊਸ ਹੈ ਇਹ ਲੋਕਾਂ ਦਾ ਇਹ ਪ੍ਰਤੀਕ ਹੁੰਦਾ ਹੈ, ਆਮ ਲੋਕਾਂ ਦਾ ਪ੍ਰਤੀਕ ਹੁੰਦਾ ਹੈ। ਔਰ ਦੇਖੋ ਇਹ ਆਮ ਲੋਕਾਂ ਵਾਸਤੇ ਬਣਾਇਆ ਗਿਆ ਹੈ ਸਰਕਟ ਹਾਊਸ, ਹੋਰ ਕਿਸੇ ਵਾਸਤੇ ਨਹੀਂ। ਇੱਥੇ ਦੇਖੋ ਮੰਤਰੀ ਸਾਹਿਬਾਨ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਇਹ ਆਉਂਦੇ ਰਹੇ ਨੇ। ਅਸੀਂ ਡਾਕਟਰ ਮਨਮੋਹਨ ਸਿੰਘ ਜੀ ਜਾਂ ਹੋਰ ਵੀ मतलब अटल बिहारी वाजपेयी, तुसी देखो सारे बादल साहब आउंदे सी, ये सारे देखो चीफ मिनिस्टर, सारे मंत्री साहिबान, सीनियर अफसर, ये लोगों वास्ते आउंदे रहे ने जी, लोगों वास्ते, लोगों दी समस्यावां सुनने वास्ते। तो इत्थे लोगों का जमावड़ा हुंदा सी, ठीक है। तो जेकर सर्किट हाउस के उत्ते कब्जा हो गया तो प्रजातंत्र की अहमियत ही चली गई। प्रजातंत्र देखो एक कब्जाधारी कोई नहीं, देखो एक कह रहे हैं कि कंपनी है जी, कंपनी का कोई ना कोई तो मालिक होंदा है ना। ट्रिपल सुनो, जवाब नहीं मिला है, इन्होंने 7 दिन का नोटिस दे के बुलाया गया है कि सारा कागज़ तुसी लेके आओ, तो सारा कागज़ लेके हुण विधान सभा दे विच आउणगे, फिर असीं सरकार दे सामने असीं रखांगे। देखो PPP मोड जिहड़ा हुंदा है ना, पब्लिक प्राइवेट पार्टनरशिप, तो तुसी हर चीज़, सड़क देखो तुसी बनवा दिता जी, सड़क दे तुसी वो लगवा दिता की कहा जाता है उन्होंने, जो टोल बैरियर लगवा दिता। हुण देखो चंडीगढ़ तो अमृतसर आना है ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣਾ ਹੈ, 6-7 ਥਾਵਾਂ ਤੇ ਤੁਹਾਨੂੰ ਟੋਲ ਟੈਕਸ ਦੇਣਾ ਪੈਂਦਾ ਹੈ, ਠੀਕ ਹੈ। ਆਮ ਪਬਲਿਕ ਰੋਡ ਟੈਕਸ ਵੀ ਦੇ ਰਹੀ ਹੈ ਜੀ, ਜਦੋਂ ਗੱਡੀ ਕੋਈ ਖਰੀਦਦਾ ਹੈ ਨਾ ਜੀ ਤਾਂ ਰੋਡ ਟੈਕਸ ਵੀ ਦਿੰਦਾ ਹੈ। ਤੇ ਸਰਕਾਰ ਇਹਦੇ ਵਿੱਚ ਕਰ ਕੀ ਰਹੀ ਹੈ ਤੁਸੀਂ ਦੇਖੋ,
ਸਰਕਾਰ ਕੀ ਕਰੀ ਹੈ, ਜੇਕਰ ਤੁਸੀਂ ਜਾਣਾ ਹੈ ਉਸ ਨਾਲੋਂ ਜ਼ਿਆਦਾ ਵਧੀਆ ਹੈ ਕਿ ਬੱਸ ਦੇ ਵਿੱਚ ਬਹਿ ਕੇ ਚਲੇ ਜਾਓ ਜੀ। ਠੀਕ ਹੈ, ਆਪਣੀ ਕਾਰ ਲੈ ਕੇ ਜਾ ਰਹੇ ਹੋ ਤਾਂ 6-7 ਥਾਵਾਂ ਤੇ ਤੁਹਾਨੂੰ ਟੈਕਸ ਦੇਣਾ ਹੈ। ਹਰ ਚੀਜ਼ ਤੁਸੀਂ PPP ਮੋਡ ਤੇ ਨਹੀਂ ਕਰ ਸਕਦੇ ਹੋ। ਤੇ ਜੋ ਇਹ ਜਿਹੜਾ ਐਗਰੀਮੈਂਟ ਕੋਈ ਹੋਇਆ ਹੋਊਗਾ, ਕਾਪੀ ਸਾਡੇ ਕੋਲ ਨਹੀਂ ਆਈ ਹੈ, ਆ ਜਾਏਗੀ। ਕੋਈ ਵੀ ਐਗਰੀਮੈਂਟ, ਤੁਸੀਂ ਕਾਨੂੰਨ ਹੈ ਦੇਖੋ ਇੰਡੀਅਨ ਕੰਟਰੈਕਟ ਐਕਟ ਦੇ ਵਿੱਚ ਕਿ ਕੋਈ ਵੀ ਕੰਟਰੈਕਟ, ਕੋਈ ਵੀ ਐਗਰੀਮੈਂਟ ਜੇਕਰ ਪਬਲਿਕ ਪਾਲਿਸੀ ਦੇ ਖਿਲਾਫ ਹੁੰਦਾ ਹੈ ਤਾਂ ਉਹ ਨਲ ਐਂਡ ਵਾਇਡ ਹੁੰਦਾ ਹੈ। ਨਲ ਐਂਡ ਵਾਇਡ ਐਬ ਇਨੀਸ਼ੀਓ ਕਿਹਾ ਜਾਂਦਾ ਹੈ ਜੀ। ਐਨੀ ਐਗਰੀਮੈਂਟ ਅਗੇਂਸਟ ਪਬਲਿਕ ਪਾਲਿਸੀ ਇਜ਼ ਨਲ ਐਂਡ ਵਾਇਡ ਐਬ ਇਨੀਸ਼ੀਓ। ਤਾਂ ਇਹ ਜੋ ਕੰਟਰੈਕਟ ਹੋਗਾ ਨਾ ਜੀ, ਇਹ ਕੰਟਰੈਕਟ ਵੀ ਉਸੇ ਤਰੀਕੇ ਦਾ ਨਲ ਐਂਡ ਵਾਇਡ ਐਬ ਇਨੀਸ਼ੀਓ। ਪਬਲਿਕ ਦੇ ਫਾਇਦੇ ਲਈ ਕੰਮ ਕੀਤੇ ਜਾਂਦੇ, ਤੁਹਾਨੂੰ ਲੱਗਦਾ ਨਹੀਂ, ਇਹਦੇ ਵਿੱਚ ਹੁੰਦਾ ਕੀ ਹੈ ਕਿ ਕੰਟਰੋਲ ਮਤਲਬ ਸਰਕਾਰੀ ਕੰਟਰੋਲ ਹੁੰਦਾ ਹੈ, ਪ੍ਰਾਈਵੇਟ ਨੂੰ ਦਿੱਤਾ ਜਾਂਦਾ ਹੈ। ਲੇਕਿਨ ਤੁਸੀਂ ਦੇਖੋ ਇਹਦੇ ਨਾਲ ਜੇਕਰ ਪਬਲਿਕ ਦਾ ਐਕਸਪਲੋਇਟੇਸ਼ਨ ਹੁੰਦਾ ਹੈ, ਜਾਂ ਇਹ ਜਿਹੜੀ ਬਿਲਡਿੰਗ ਹੈ 1863 ਦੀ ਬਣੀ ਹੋਈ ਹੈ, ਦੇਖੋ ਇਹ ਹੈਰੀਟੇਜ ਬਿਲਡਿੰਗ ਹੈ ਜੀ, ਇਹ ਤਾਂ ਕੋਈ ਲੈ ਹੀ ਨਹੀਂ ਸਕਦਾ ਹੈ ਜੀ। ਇਹ ਤਾਂ ਵੈਸੇ ਵੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਮਤਲਬ ਜੂਰਿਸਡਿਕਸ਼ਨ ਦੇ ਵਿੱਚ ਆ ਜਾਂਦਾ ਹੈ। ਇਹ ਤਾਂ ਕੋਈ ਵੀ ਕੰਪਨੀ, ਕੋਈ ਵੀ ਵਿਅਕਤੀ ਲੈ ਨਹੀਂ ਸਕਦਾ ਹੈ ਔਰ ਕੋਈ ਦੇ ਵੀ ਨਹੀਂ ਸਕਦਾ ਹੈ।